FIR दर्ज की गई है। खुद होम मिनिस्टर कह रहे हैं कि साडियां टीमां पाल कर रही ने, कित्थे ने तुहाडे लीडर? कर कर चली ਉਹੀ ਗੱਲ ਮਸਲੇ ਹੱਲ ਕਰਨ ਵਾਲੇ ਨੇ ਦਿੱਤੇ ਹਨ। ਇੱਕੋ ਚੋਰ ਕੋਠੜੀ ਜੀ ਕਿਉਂ ਲੱਭੀ ਇੱਥੇ ਮੁਹਾਲੀ ਆ ਕੇ, ਜਿਹਦੇ ਚ ਸਾਰੇ ਸਾਲ ਚ ਦੂਜੀ FIR ਹੋਈ, ਪਹਿਲੀ FIR ਬਨੂੜ ਦੇ ਵਿੱਚ ਹੈ। ਪਰ ਜਿੱਥੇ ਵਿਧਾਇਕ ਸੇਫ ਨਾ ਹੋਣ ਤੁਹਾਨੂੰ ਲੱਗਦਾ ਕਿ ਪਬਲਿਕ ਉੱਥੇ ਆਪਣੇ ਆਪ ਨੂੰ ਸੇਫ ਮਹਿਸੂਸ ਕਰੇ? ਹਲਕੇ ਬੰਦਿਆਂ ਦੇ ਹੱਥ ਸਿਆਸਤ ਆਈ ਹੈ, ਹਲਕੇ ਬੰਦਿਆਂ ਦੇ ਹੱਥ ਸੱਤਾ ਆਈ ਹੈ, ਤੇ ਫਿਰ ਸਿੱਧੂ ਨੂੰ ਮਿਰਚਾਂ ਲੱਗਦੀਆਂ ਇਸ਼ਤਾਰਿਆਂ ਦੀਆਂ, ਸਾਨੂੰ ਕੀ ਰੌਲਾ ਉਹਦੇ ਨਾਲ? ਤੁਹਾਡੀ 2017 ਦੇ ਵਿੱਚ ਸਰਕਾਰ ਸੀ, ਉਸ ਵੇਲੇ ਲਗਾਤਾਰ ਇਹ ਇਸ਼ੂ ਚੱਕਿਆ ਕਿ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ, ਤੁਹਾਨੂੰ ਵੀ ਨੁਕਸਾਨ ਹੋਇਆ। ਲੋਕਾਂ ਨੂੰ ਦਿਖਾਵਾਂਗੇ ਕਿ ਕਿਵੇਂ ਸਾਰੀ ਸਟੇਟ, ਜਦੋਂ ਸਾਰੇ ਸੂਬੇ ਦੇ ਵਿੱਚ ਅਨਰੈਸਟ ਹੋਇਆ ਹੋਇਆ, ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ, ਉਸ ਪਾਸੇ ਧਿਆਨ ਦੇਣ ਦੀ ਬਜਾਏ ਹਰ ਥਾਂ ਤੇ ਧਰਨੇ ਚੱਲ ਰਹੇ ਆ। ਉਹ ਇਹ ਸਰਕਾਰ ਦਾ ਸਾਰਾ ਜ਼ੋਰ, ਸਾਰਾ ਫੋਕਸ ਬਿਕਰਮ ਸਿੰਘ ਮਜੀਠੀਏ ਨੂੰ ਫਿਕਸ ਕਰਨ ਤੇ ਲੱਗਿਆ। ਪੰਜਾਬ ਦੇ ਵਿੱਚ ਚੋਣਾਂ ਨੂੰ ਕੁਝ ਹੀ ਸਮਾਂ ਰਹਿ ਗਿਆ ਹੈ ਤੇ ਉਸ ਦੇ ਵਿੱਚ ਹੀ ਕਾਫੀ ਹਲਚਲ ਪੰਜਾਬ ਦੀ ਸਿਆਸਤ ਵਿੱਚ ਦੇਖਣ ਨੂੰ ਮਿਲ ਰਹੀ ਹੈ। ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ, ਉਹਨਾਂ ਖਿਲਾਫ FIR ਦਰਜ ਹੋਈ ਹੈ। ਹੋਮ ਮਿਨਿਸਟਰ ਇਹ ਕਹਿੰਦੇ ਨੇ ਕਿ ਅਸੀਂ ਪਾਲ ਕਰ ਰਹੀ ਹੈ ਸਾਡੀ ਪੁਲਿਸ, ਪਰ ਵੱਡਾ ਸਵਾਲ ਹੁਣ ਇਹੀ ਹੈ ਕਿ ਆਖਿਰ ਬਿਕਰਮ ਸਿੰਘ ਮਜੀਠੀਆ ਹੈ ਕਿੱਥੇ? ਸਾਡੇ ਨਾਲ ਗੱਲਬਾਤ ਕਰਨ ਵਾਸਤੇ ਹਰਬੰਸ ਸਿੰਘ ਬੰਟੀ ਰਮਾਣਾ ਸਰ, ਸਵਾਗਤ ਤੁਹਾਡਾ ਜੀ। ਥੈਂਕ ਯੂ ਜੀ ਸਰ, ਜਿਸ ਤਰੀਕੇ ਨਾਲ ਹੁਣ FIR ਦਰਜ ਕੀਤੀ ਗਈ ਹੈ, ਖੁਦ ਹੋਮ ਮਿਨਿਸਟਰ ਕਹਿ ਰਹੇ ਨੇ ਕਿ ਸਾਡੀਆਂ ਟੀਮਾਂ ਪਾਲ ਕਰ ਰਹੀਆਂ ਨੇ, ਕਿੱਥੇ ਨੇ ਤੁਹਾਡੇ ਲੀਡਰ? ਸਾਡਾ ਲੀਡਰ ਅੰਮ੍ਰਿਤਸਰ ਹੈ ਯਾਰ। ਉਹ ਤਾਂ ਹੋਮ ਮਿਨਿਸਟਰ ਲੱਭਦਾ ਹੋਵੇ ਤੇ ਕੋਈ ਲੱਭੇ ਨਾ ਯਾਰ, ਉਹਨੂੰ ਕਿਤੇ ਗਵਾਚਿਆ ਦੱਸੋ। ਲੁੱਕ ਆਊਟ ਨੋਟਿਸ ਕਰ ਦੋ, ਫਲਾਨਾ ਨੋਟਿਸ ਕਰ ਦੋ, ਇਹ ਤਾਂ ਹੈਡਲਾਈਨਸ ਗ੍ਰੈਬ ਕਰਨ ਦੀਆਂ ਗੱਲਾਂ। ਕਿਤੇ ਨਹੀਂ ਜਾ ਰਹੇ, ਨਾ ਕਿਤੇ ਜਾਣਾ ਹੈ, ਇੱਥੇ ਨੇ। ਲੜਾਈ ਲੜਾਂਗੇ, ਬਿਲਕੁਲ ਡਟ ਕੇ ਲੜਾਈ ਲੜਾਂਗੇ। ਅੱਜ ਬੜੀਆਂ ਵੱਡੀਆਂ ਇਸ਼ਤਿਹਾਰ ਵੀ ਸਰਕਾਰ ਵੱਲੋਂ ਦਿੱਤੇ ਗਏ ਨੇ, ਉਹਨਾਂ ਨੇ ਕਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ। ਕਾਹਦੀ ਕਾਰਵਾਈ ਕਰ ਰਹੇ? ਸਰਕਾਰ ਤਾਂ ਇਸ਼ਤਿਹਾਰ ਤਾਂ ਹੁਣ ਤੁਹਾਨੂੰ ਪਤਾ ਹੀ ਹੈ, ਰੌਲਾ ਤਾਂ ਇਸ਼ਤਿਹਾਰਾਂ ਦਾ। ਕਰ ਕਰ ਚੱਲੀ ਉਹੀ ਗੱਲ, ਮਸਲੇ ਹੱਲ ਕਰਨ ਵਾਲੇ ਨੇ ਦਿੱਤੇ ਹਨ। ਤੇ ਮੁੱਖ ਮੰਤਰੀ ਵੱਲੋਂ ਮਸਲੇ ਹੱਲ ਕਰਨ ਵਾਲਾ ਹੀ ਕਹਿੰਦੇ ਉਹ ਮਸਲੇ ਹੱਲ ਕਰਦਾ, ਤੇ ਫਿਰ ਸਿੱਧੂ ਨੂੰ ਮਿਰਚਾਂ ਲੱਗਦੀਆਂ ਇਸ਼ਤਿਹਾਰਾਂ ਦੀਆਂ, ਸਾਨੂੰ ਕੀ ਰੌਲਾ ਉਹਦੇ ਨਾਲ? ਦੇਈ ਜਾਵੇ ਇਸ਼ਤਿਹਾਰ, ਲੋਕਾਂ ਦਾ ਪੈਸਾ ਹੈ, ਲੋਕ ਹਿਸਾਬ ਲੈ ਲੈਣਗੇ ਆਉਣ ਵਾਲੇ ਸਮੇਂ 'ਚ। ਜਿਹੜੀ FIR ਦਰਜ ਕੀਤੀ ਗਈ, ਤੁਸੀਂ ਵੀ ਉਸਨੂੰ ਸਟੱਡੀ ਕੀਤਾ ਹੋਏਗਾ, ਤੁਹਾਡੇ ਲੀਡਰ ਬਾਕੀ ਵੀ ਕੱਲ੍ਹ ਵੀ ਪ੍ਰੈਸ ਕਾਨਫਰੰਸ ਕੀਤੀ ਗਈ, ਲਗਾਤਾਰ ਕਹਿ ਰਹੇ ਨੇ ਕਿ ਸਾਡੇ ਖਿਲਾਫ ਵੈਂਡੇਟਾ ਕੀਤਾ ਜਾ ਰਿਹਾ ਹੈ। ਕਿਸ ਆਧਾਰ ਤੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਖਿਲਾਫ ਵੈਂਡੇਟਾ ਹੈ? ਦੇਖੋ, ਮੈਂ ਬੜੀ ਡਿਟੇਲ 'ਚ ਪ੍ਰੈਸ ਕਾਨਫਰੰਸ 'ਚ ਦੇਖਿਆ ਜਿਹੜੀ ਇਹ FIR ਰਜਿਸਟਰ ਹੋਈ ਹੈ। ਪਹਿਲੀ ਗੱਲ ਤਾਂ ਇਹ FIR ਉਸ ਕੇਸ ਦੇ ਵਿੱਚ ਰਜਿਸਟਰ ਹੋਈ ਹੈ ਜਿਹੜੇ ਕੇਸ ਦਾ ਟਰਾਇਲ ਕਨਕਲੂਡ ਹੋਏ ਨੂੰ 3 ਸਾਲ ਹੋ ਗਏ। ਉਹ ਟਰਾਇਲ CBI ਕੋਰਟ 'ਚ ਕਨਕਲੂਡ ਹੋਇਆ। ਜਿਹੜੇ ਬੰਦੇ ਸਜ਼ਾ ਹੋਣੇ ਸੀ ਸਜ਼ਾ ਹੋ ਗਏ, ਜਿਹੜੇ ਬੰਦੇ ਬਰੀ ਹੋਣੇ ਸੀ ਬਰੀ ਹੋ ਗਏ। ਕਿਤੇ ਵੀ ਟਰਾਇਲ ਦੀ ਸਟੇਜ ਤੇ ਨਾ ਕਿਸੇ ਸਟੇਟਮੈਂਟ 'ਚ, ਨਾ ਕਿਸੇ ਸਮਨ 'ਚ, ਨਾ ਕਿਸੇ ਕੋਰਟ ਦੀ ਕਾਰਵਾਈ 'ਚ ਬਿਕਰਮ ਸਿੰਘ ਮਜੀਠੀਆ ਦਾ ਨਾਂ ਤੱਕ ਨਹੀਂ ਆਇਆ। 3 ਸਾਲ ਪਹਿਲਾਂ ਜਿਹੜਾ ਟਰਾਇਲ ਕਨਕਲੂਡ ਹੋ ਗਿਆ, ਉਹਨੂੰ ਜੇ ਤੁਸੀਂ ਰੀਇਨਵੈਸਟੀਗੇਟ ਕਰਨਾ ਹੈ ਤਾਂ ਜਿਹੜੇ ਕੋਰਟ 'ਚ ਟਰਾਇਲ ਕਨਕਲੂਡ ਹੋਇਆ ਹੋਵੇ ਉਦੋਂ ਹਾਇਰ ਕੋਰਟ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ। ਇਹ ਹਿੰਦੁਸਤਾਨ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਹੈ ਕਿ ਬਿਨਾਂ ਹਾਇਰ ਕੋਰਟ ਤੋਂ ਪਰਮਿਸ਼ਨ ਲਿੱਤੇ ਇਹਨਾਂ ਨੇ ਦੁਬਾਰਾ ਰੀਇਨਵੈਸਟੀਗੇਸ਼ਨ ਆਰਡਰ ਕੀਤੀ, ਕਾਨੂੰਨ ਨੂੰ ਛਿੱਕੇ ਟੰਗ ਕੇ ਕੀਤੀ। ਦੂਜੀ ਗੱਲ ਜਿਹੜੀ ਮੈਂ ਕਹਿ ਰਿਹਾ ਸੀ ਕਿ ਜਿਹੜੀ ਇਹ FIR ਰਜਿਸਟਰ ਹੋਈ ਹੈ, ਇਹ ਹਰਪ੍ਰੀਤ ਸਿੱਧੂ ਦੀ ਰਿਪੋਰਟ ਦੇ ਬੇਸ ਤੇ ਕੀਤੀ ਗਈ। ਬਿਲਕੁਲ। ਹਰਪ੍ਰੀਤ ਸਿੱਧੂ ਆਪਦੀ ਰਿਪੋਰਟ ਦੇ ਵਿੱਚ ਖੁਦ ਕਹਿੰਦਾ, ਮੈਂ ਕੋਟ ਕੀਤਾ ਉਹਨੂੰ, ਕਿ ਮਜੀਠੀਆ ਪਰਿਵਾਰ ਨਾਲ ਮੇਰੀ ਬੜੀ ਨਜ਼ਦੀਕੀ ਰਿਸ਼ਤੇਦਾਰੀ ਹੈ ਤੇ 14 ਸਾਲ ਹੋ ਗਏ ਅਸੀਂ ਗੱਲ ਨਹੀਂ ਕੀਤੀ, ਸਾਡੇ ਸਟ੍ਰੇਨਡ ਰਿਲੇਸ਼ਨਸ ਹੈ। ਠੀਕ ਹੈ। ਕੀ ਪਹਿਲਾਂ ਤਾਂ ਇਹ ਮੈਂ ਪੁੱਛਦਾ, ਉਹਦੇ ਕੋਲੇ ਨੈਤਿਕ ਅਧਿਕਾਰ ਸੀ ਕਿ ਉਹ ਇਨਵੈਸਟੀਗੇਸ਼ਨ ਕਰਦਾ? ਮੇਰੀ ਤੁਹਾਡੀ ਬਣਦੀ ਨਹੀਂ, ਬੋਲ ਚਾਲ ਵੀ ਨਹੀਂ, ਰੰਜਿਸ਼ ਹੈ ਆਪਣੀ ਆਪਸ 'ਚ, ਤੇ ਮੈਂ ਤੁਹਾਡੀ ਇਨਵੈਸਟੀਗੇਸ਼ਨ ਫ੍ਰੀ ਐਂਡ ਫੇਅਰ ਕਰੂੰਗਾ? ਉਹਦਾ ਹੱਕ ਹੀ ਨਹੀਂ ਬਣਦਾ ਸੀ ਕਰਨ ਦਾ, ਸਰਕਾਰ ਦਾ ਹੱਕ ਨਹੀਂ ਬਣਦਾ ਸੀ ਉਹ ਤੋਂ ਕਰਾਉਣ ਦਾ। ਦੂਸਰੀ ਗੱਲ, ਉਹਨੇ ਜਦੋਂ ਆਪਦੀ ਰਿਪੋਰਟ ਦਿੱਤੀ, ਉਹਨੇ ED ਦੇ ਰਿਕਾਰਡ ਨੂੰ ਤੇ ਸਿਰਫ ਓਪੀਨੀਅਨ ਦਿੱਤਾ, ਉਹਨੇ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ। ਉਹਦੇ ਓਪੀਨੀਅਨ ਤੇ ਹਾਈ ਕੋਰਟ ਦੇ ਆਰਡਰਸ ਸੀਗੇ ਕਿ ਸਰਕਾਰ ਇੱਕ ਕਮੇਟੀ ਬਣਾਵੇ। ਠੀਕ ਹੈ। ਉਹ ਕਮੇਟੀ ਬਣੀ ਹੋਮ ਸੈਕਟਰੀ ਦੀ ਤੇ DGP ਦੀ। ਉਹਨਾਂ ਦੀ ਰਿਪੋਰਟ ਇਹਦੀ ਰਿਪੋਰਟ ਨੂੰ ਸੁਪਰਸੀਡ ਕਰ ਗਈ ਕਿਉਂਕਿ ਉਹ ਸੀਨੀਅਰ ਆਫੀਸਰ ਸੀ। ਉਹ ਰਿਪੋਰਟ ਵੀ ਹਾਈ ਕੋਰਟ 'ਚ ਪਈ ਹੈ, ਸਰਕਾਰ ਨੇ ਉਹ ਕਿਉਂ ਨਹੀਂ ਦਿਖਾਈ ਵੀ ਉਹਦੇ 'ਚ ਕੀ ਲਿਖਿਆ? ਇਹਦੀ ਤਾਂ ਦਿਖਾਤੀ, ਉਹ ਵੀ ਦਿਖਾ ਦਿਓ ਨਾ। ਉਸ ਤੋਂ ਬਾਅਦ ਹਾਈ ਕੋਰਟ ਨੇ ਇਹ ਸਾਰੇ ਕੇਸਾਂ ਨੂੰ ਰੀਇਨਵੈਸਟੀਗੇਟ ਕਰਨ ਵਾਸਤੇ ਇੱਕ 3 IGs ਦੀ ਸਿੱਟ ਬਣਾਤੀ। 3 IGs ਸੀ ਈਸ਼ਵਰ ਸਿੰਘ, V ਨੀਰਜਾ ਤੇ ਨਾਗੇਸ਼ਵਰ ਰਾਓ।
ਠੀਕ ਹੈ। ਉਹ ਤਿੰਨੋਂ ਆਈਜੀਜ਼ ਦੀ ਸਿੱਟ ਨੂੰ ਕੋਰਟ ਨੇ ਬੜੀ ਵਾਈਡ ਪਾਵਰ ਦਿੱਤੀ ਕਿ ਤੁਸੀਂ ਇਹ ਸਾਰੇ ਕੇਸ ਇਨਕਲੂਡਿੰਗ ਦਿਸ ਪ੍ਰੈਜ਼ੈਂਟ ਕੇਸ ਨੂੰ ਰੀਵਿਜ਼ਿਟ ਕਰੋ, ਰੀਇਨਵੈਸਟੀਗੇਟ ਕਰੋ, ਫਰਦਰ ਇਨਵੈਸਟੀਗੇਟ ਕਰੋ। ਜਿਹੜੇ ਇਹਦੇ 'ਚ ਗਲਤ ਬੰਦੇ ਪਾਏ ਆ ਉਹਨਾਂ ਨੂੰ ਕੱਢ ਦਿਓ, ਜਿਹੜੇ ਬੰਦੇ ਇਹਦੇ ਵਿੱਚ ਛੱਡੇ ਗਏ ਆ ਉਹਨਾਂ ਨੂੰ ਵਿੱਚ ਪਾਓ। ਉਸ ਇਨਵੈਸਟੀਗੇਸ਼ਨ 'ਚ ਉਸ ਸਿੱਟ ਨੇ, ਹਾਈ ਕੋਰਟ ਦੀ ਮੋਨੀਟਰਡ ਸਿੱਟ ਨੇ 10 ਸਪਲੀਮੈਂਟਰੀ ਚਲਾਨ ਪੇਸ਼ ਕੀਤੇ ਕੋਰਟ 'ਚ, ਇੱਕ ਫਾਈਨਲ ਰਿਪੋਰਟ ਹਾਈ ਕੋਰਟ ਨੂੰ ਦਿੱਤੀ। ਉਹ ਕਿਉਂ ਨਹੀਂ ਤੁਸੀਂ ਦਿਖਾਉਂਦੇ ਉਸ ਕਮੇਟੀ ਦੀ ਰਿਪੋਰਟ? ਇੰਨਾ ਕੁਝ ਤੁਸੀਂ ਕਹਿ ਰਹੇ ਹੋ ਕਿ ਇਹ ਮੈਂ ਗੱਲ ਕੰਪਲੀਟ ਕਰ ਲਾਂ, ਉਹ ਨਹੀਂ ਤੁਸੀਂ ਦਿਖਾਉਂਦੇ ਜਸਟ ਬਿਕੋਜ਼ ਇਟ ਡਸਨਟ ਸੂਟ ਯੂ। ਐਂਡ ਜਿਹੜੀ ਇਹ FIR ਹੈ ਜਿਹਦੇ 'ਚ ਫਰਦਰ ਇੱਕ ਨਵੀਂ FIR ਕੀਤੀ ਗਈ ਹੈ 56 ਨੰਬਰ ਬਨੂੜ ਥਾਣੇ ਦੀ। ਫਿਰ ਜਦੋਂ ਤੁਸੀਂ ਮਜੀਠੀਆ ਸਾਹਿਬ ਤੇ ਤੁਸੀਂ ਜੇ FIR ਇਹ ਦੁਬਾਰਾ ਕਰਨੀ ਸੀ, ਫਿਰ ਬਨੂੜ ਥਾਣੇ ਕਿਉਂ ਨਾ ਕੀਤੀ? ਇੱਕ ਉਹ ਚੋਰ ਕੋਠੜੀ ਜੀ ਕਿਉਂ ਲੱਭੀ ਇੱਥੇ ਮੁਹਾਲੀ ਆ ਕੇ, ਜਿਹਦੇ 'ਚ ਸਾਰੇ ਸਾਲ 'ਚ ਦੂਜੀ FIR ਪਹਿਲੀ FIR ਬਨੂੜ ਦੇ ਵਿੱਚ ਹੈ, ਕਿਉਂਕਿ ਬਨੂੜ ਪੁਲਿਸ ਨੇ, ਪਟਿਆਲਾ ਪੁਲਿਸ ਨੇ ਇਹ ਗਲਤ ਕੰਮ ਕਰਨ ਤੋਂ ਇਨਕਾਰੀ ਕਰਤੀ, ਰਿਟਨ ਜਵਾਬ ਦਿੱਤਾ। BOI ਡਾਇਰੈਕਟਰ ਨੂੰ ਤੁਸੀਂ ਲਿਖਦੇ ਹੋ, ਉਹ ਤੁਹਾਨੂੰ ਰਿਟਨ ਜਵਾਬ ਦਿੰਦਾ ਕਿ ਇਹ ਇਲੀਗਲ ਹੈ, ਅਸੀਂ ਨਹੀਂ ਕਰਨਾ। ਨਹੀਂ ਕਰ ਸਕਦੇ। ਤਿੰਨ ਡਾਇਰੈਕਟਰ BOI ਬਦਲੇ ਜਾਂਦੇ ਆ, ਦੋ DGP ਬਦਲੇ ਜਾਂਦੇ। ਅੱਧੀ ਰਾਤ ਨੂੰ ਇੱਕ ਇਹੋ ਜਿਹਾ DGP ਲਾਇਆ ਜਾਂਦਾ ਹੈ ਜਿਹਨੂੰ UPSC ਨੇ ਅਨਫਿਟ ਕਰਾਰ ਕੀਤਾ ਸੀ ਕਿ ਹੀ ਕੈਨੋਟ ਬੀ ਅ DGP। ਤੁਸੀਂ ਉਹਨਾਂ ਅਫਸਰਾਂ ਤੋਂ ਲਾ ਕੇ ਡਾਇਰੈਕਟਰ BOI ਨੂੰ ਓਵਰਲੁੱਕ ਕਰਕੇ ਉਹਦੇ ਸਬਆਰਡੀਨੇਟ ਆਫੀਸਰ ਤੋਂ ਤੁਸੀਂ ਸਾਈਨ ਕਰਾਉਨੇ ਹੋ, ਗੌਤਮ ਚੀਮੇ ਤੋਂ, ਜਿਹਦੇ ਖਿਲਾਫ 2 FIRs ਪੈਂਡਿੰਗ ਹੈ, ਤਾਂ ਹੀ ਉਹ ਪ੍ਰਮੋਟ ਨਹੀਂ ਹੋਇਆ। ਦੋਨੋਂ FIRs, ਇੱਕ ਦੀ ਇਨਕੁਆਇਰੀ CBI ਕੋਲੇ, ਇੱਕ ਦੀ ਇਨਕੁਆਇਰੀ ਪੁਲਿਸ ਕਰ ਰਹੀ ਹੈ, ਅੱਜ ਵੀ ਐਗਜ਼ਿਸਟ ਕਰਦੀਆਂ ਤੇ ਸੰਗੀਨ ਇਲਜ਼ਾਮ ਹੈ, ਸੰਗੀਨ ਧਾਰਾਵਾਂ ਲੱਗੀਆਂ ਉਹਨਾਂ FIR। ਇਹ ਅਫਸਰਾਂ ਤੋਂ ਤਾਂ ਤੁਸੀਂ ਯਾਰ ਪਰਚੇ ਦਰਜ ਕਰਾ ਰਹੇ ਹੋ ਇਹੋ ਜਿਹੇ ਥਾਣਿਆਂ 'ਚ ਜਿਹੜੇ ਥਾਣੇ ਹੀ ਨਹੀਂ ਕਿਸੇ ਨੂੰ ਪਤਾ, ਤੇ ਫਿਰ ਇਹ ਵੈਂਡੇਟਾ ਨਹੀਂ ਤਾਂ ਹੋਰ ਕੀ ਹੈ? ਤੁਸੀਂ ਕੋਰਟ ਕਿਉਂ ਨਹੀਂ ਜਾਂਦੇ? ਤੁਸੀਂ ਜਾਵਾਂਗੇ, ਲੈ ਲਓ ਉੱਥੇ ਜਾ ਕੇ, ਸਾਰਾ ਕੁਝ ਹੈ ਉੱਥੇ। ਉਹ ਸਾਡਾ ਰਾਈਟ ਹੈ। ਦ ਚੋਇਸ ਆਫ ਟਾਈਮ ਐਂਡ ਟਾਈਮਿੰਗ ਇਜ਼ ਆਰਸ। ਅਸੀਂ ਸਿਆਸੀ ਲੜਾਈ ਵੀ ਲੜਾਂਗੇ ਇਨ ਦਾ ਕਨਸਟੀਟਿਊਸ਼ਨ। ਜਿਹੜੇ ਰਾਈਟਸ ਸਾਡੇ ਕੋਲ ਆ, ਸਾਰੇ ਰਾਈਟਸ ਅਵੇਲ ਕਰਾਂਗੇ। ਕਿਸ ਤਰੀਕੇ ਦੀ ਲੜਾਈ ਤੁਸੀਂ ਲੜਨ ਜਾ ਰਹੇ ਹੋ? ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਯਾਰ ਇਹ ਗੱਲ, ਲੋਕਾਂ ਦੇ ਸਾਹਮਣੇ ਤੱਥ ਰੱਖਾਂਗੇ ਕਿ ਇਹ ਸਰਕਾਰ ਨੇ ਐਡੇ ਨੀਵੇਂ ਪੱਧਰ ਦੀ ਰਾਜਨੀਤੀ ਕੀਤੀ, ਮਿਆਰ ਤੋਂ ਗਿਰ ਕੇ ਨਵੀਆਂ ਪਿਰਤਾਂ ਪਾਈਆਂ ਇਹਨਾਂ ਨੇ। ਲੋਕਾਂ ਨੂੰ ਦਿਖਾਵਾਂਗੇ ਕਿ ਕਿਵੇਂ ਸਾਰੀ ਸਟੇਟ, ਜਦੋਂ ਸਾਰੇ ਸੂਬੇ ਦੇ ਵਿੱਚ ਅਨਰੈਸਟ ਹੋਇਆ ਹੋਇਆ, ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ, ਉਸ ਪਾਸੇ ਧਿਆਨ ਦੇਣ ਦੀ ਬਜਾਏ, ਹਰ ਥਾਂ ਤੇ ਧਰਨੇ ਚੱਲ ਰਹੇ ਆ, ਉਸ ਪਾਸੇ ਧਿਆਨ ਦੇਣ ਦੀ ਬਜਾਏ ਪ੍ਰੋਟੈਸਟ ਵਗੈਰਾ ਕਰ ਰਹੇ ਹੋ ਕਿ ਮੈਂ ਦੱਸਦਾ ਤੁਹਾਨੂੰ, ਉਹ ਇਹ ਸਰਕਾਰ ਦਾ ਸਾਰਾ ਜ਼ੋਰ, ਸਾਰਾ ਫੋਕਸ ਬਿਕਰਮ ਸਿੰਘ ਮਜੀਠੀਏ ਨੂੰ ਫਿਕਸ ਕਰਨ ਤੇ ਲੱਗਿਆ ਹੋਇਆ। ਸ਼ਰਮ ਦੀ ਗੱਲ ਨਹੀਂ ਇਹ, ਸੂਬੇ ਦਾ ਕੋਈ ਫਿਕਰ ਨਹੀਂ ਇਹਨਾਂ ਨੂੰ। ਲੋਕਾਂ ਤਾਈਂ ਤੁਹਾਡੇ ਰਾਹੀਂ ਵੀ ਗੱਲ ਲੈ ਕੇ ਜਾਵਾਂਗੇ ਤੇ ਧਰਨੇ ਮੁਜ਼ਾਹਰੇ ਵੀ ਕਰਾਂਗੇ। ਕੋਈ ਫਾਈਨਲ ਕੀਤਾ ਹੈ ਕੁਝ? 24 ਤਰੀਕ ਨੂੰ ਪਰਸੋਂ SSPs ਦੇ ਦਫ਼ਤਰ ਦਾ ਘਿਰਾਓ ਰੱਖਿਆ। ਉਸ ਤੋਂ ਬਾਅਦ ਕੱਲ ਵੈਸੇ ਕੋਰ ਕਮੇਟੀ ਦੀ ਮੀਟਿੰਗ ਹੈ, ਫਿਰ ਅਗਲਾ ਜਿਹੜਾ ਪ੍ਰੋਗਰਾਮ ਹੈ ਉਹਦੇ ਚੌਕ ਆਊਟ ਹੋ ਜਾਊਗਾ, ਕੋਰ ਕਮੇਟੀ ਦੀ ਫਾਈਨਲ ਕਰੇਗੀ। ਇਸ ਤੋਂ ਇਲਾਵਾ ਅਸੀਂ ਦੇਖਿਆ ਕਿ ਕੁਰਬਾਨੀਆਂ, ਅਕਸਰ ਗੱਲ ਹੁੰਦੀ ਹੈ ਕਿ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ ਅਕਾਲੀ ਦਲ ਵੱਲੋਂ, ਪਰ ਇਸ ਤਰੀਕੇ ਦੇ ਪਰਚਾ ਕਦੀ ਦਰਜ ਨਹੀਂ ਹੋਇਆ। ਮੈਂ ਤਾਂ ਹੀ ਕਿਹਾ ਨਾ, ਨੀਵੇਂ ਪੱਧਰ ਦੀ ਰਾਜਨੀਤੀ ਗਿਰੀ ਹੋਈ, ਮਿਆਰ ਤੋਂ ਥੱਲੇ ਗਿਰ ਕੇ। ਅੱਜ ਸ਼ਰਮ ਆਉਂਦੀ ਹੈ ਇਸ ਗੱਲ 'ਚ ਕਿ ਅਸੀਂ ਵੀ ਰਾਜਨੀਤੀ 'ਚ ਆਏ ਹਾਂ। ਕਦੇ ਇਹੋ ਜਿਹਾ ਕੰਮ ਨਹੀਂ ਹੋਇਆ ਸੀ ਪਹਿਲਾਂ, ਪਰ ਹਲਕੇ ਬੰਦਿਆਂ ਦੇ ਹੱਥ ਸਿਆਸਤ ਆਈ ਹੈ, ਹਲਕੇ ਬੰਦਿਆਂ ਦੇ ਹੱਥ ਸੱਤਾ ਆਈ ਹੈ, ਪ੍ਰਮੋਸ਼ਨ ਦੇ ਅਲਿਓਰਮੈਂਟਸ ਦਿੱਤੇ ਜਾਣ। ਕਦੇ ਇਹੋ ਜਿਹੇ ਹਾਲਾਤ ਤੁਸੀਂ ਦੇਖੇ ਤਾਂ ਛੱਡੋ, ਸੁਣੇ ਵੀ ਸੀ, ਇਸ ਸਰਕਾਰ ਨੇ ਪੈਦਾ ਕਰਤੇ। ਤਾਂ ਹੀ ਅੱਜ ਜੋ ਸੂਬੇ ਦਾ ਹਾਲ ਹੈ, ਜਿਸ ਪਾਸੇ ਨੂੰ ਸੂਬਾ ਜਾ ਰਿਹਾ, ਇਹ ਬਹੁਤ ਮਾੜੇ ਪਾਸੇ ਨੂੰ, ਇਹ ਸੋਸ਼ਲ ਅਨਰੈਸਟ ਕ੍ਰੀਏਟ ਕਰ ਦਿੱਤੀ। ਤੁਹਾਡੀ 2017 ਦੇ ਵਿੱਚ ਸਰਕਾਰ ਸੀ, ਉਸ ਵੇਲੇ ਲਗਾਤਾਰ ਇਹ ਇਸ਼ੂ ਚੱਕਿਆ ਕਿ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ, ਤੁਹਾਨੂੰ ਵੀ ਨੁਕਸਾਨ ਹੋਇਆ, ਤੁਸੀਂ ਵੀ ਲਗਾਤਾਰ ਮੰਨਦੇ ਰਹੇ ਹੋ ਕਿ ਇਸ ਤਰੀਕੇ ਦੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਸੀ। ਹੁਣ ਇਲੈਕਸ਼ਨ ਬਿਲਕੁਲ ਸਿਰ ਤੇ ਨੇ, ਘਟਨਾਵਾਂ ਫਿਰ ਦੇਖਣ ਨੂੰ ਮਿਲ ਰਹੀਆਂ ਨੇ, ਤਾਂ ਲੱਗਦਾ ਹੈ ਕਿ ਉਸ ਵੇਲੇ ਵੀ ਤੁਹਾਡੇ ਖਿਲਾਫ ਵੈਂਡੇਟਾ ਕੀਤਾ ਗਿਆ ਸੀ, ਤੇ ਹੁਣ ਜੋ ਘਟਨਾਵਾਂ ਸਾਹਮਣੇ ਨਜ਼ਰ ਆ ਰਹੀਆਂ ਨੇ, ਇਹਨੂੰ ਕਿਸ ਤਰੀਕੇ ਨਾਲ ਰਿਲੇਟ ਕਰਦੇ? ਤਾਂ ਸਾਬਤ ਹੋ ਗਿਆ ਜੀ, ਦੇਖੋ ਇਟ ਵਾਸ ਇਹ ਨਾ ਬੜੀ ਦੁਖਦਾਈ ਘਟਨਾਵਾਂ ਸੀ ਉਹ। ਸਾਨੂੰ ਕਹਿਣ 'ਚ ਇਹਦੇ 'ਚ ਕੋਈ ਸੰਕੋਚ ਨਹੀਂ ਹੈ। ਪ੍ਰਧਾਨ ਸਾਹਿਬ ਨੇ ਵੀ ਕਿਹਾ, ਸਾਡੀ ਪਾਰਟੀ ਸਾਰੀ ਕਹਿੰਦੀ ਹੈ ਕਿ ਇਸ ਗੱਲ ਦਾ ਤਾਂ ਜ਼ਿੰਦਗੀ ਦੁੱਖ ਰਹੂਗਾ ਕਿ ਇਹ ਬੇਅਦਬੀ ਦੀਆਂ ਘਟਨਾਵਾਂ ਸਾਡੇ ਰਾਜ ਦੌਰਾਨ ਹੋਈਆਂ। ਪਰ ਜੋ ਸਿਆਸਤ ਕਾਂਗਰਸ ਪਾਰਟੀ ਨੇ ਉਹਨਾਂ ਤੇ ਕੀਤੀ, ਜੋ ਸਿਆਸਤ ਵਿਰੋਧੀਆਂ ਨੇ ਉਹਦੇ ਤੇ ਕੀਤੀ, ਇਹ ਉਦੋਂ ਵੀ ਮੰਦਭਾਗੀ ਗੱਲ ਹੈ। ਇੱਕ ਧਾਰਮਿਕ ਮੁੱਦਾ ਸੀ, ਲੋਕਾਂ ਦੀ ਆਸਥਾ, ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ। ਸੱਚੇ ਮੁਲਜ਼ਮ ਨੂੰ ਲੱਭਣ ਵੱਲ ਨੂੰ ਨਹੀਂ ਗਏ, ਇਹ ਵੀ ਪੋਲੀਟੀਕਲ ਬੰਦਿਆਂ ਨੂੰ ਫਿਕਸ ਕਰਨ ਨੂੰ ਹੋ ਗਏ, ਪੋਲੀਟੀਕਲ ਪਾਰਟੀਆਂ ਨੂੰ ਬਦਨਾਮ ਕਰਨ ਨੂੰ ਹੋ ਗਏ। ਤੇ ਅੱਜ 5 ਸਾਲ ਬਾਅਦ ਸਰਕਾਰ ਚੱਲੀ ਹੈ ਇਹਨਾਂ ਦੀ, ਅੱਜ ਉਹੀ ਪਰਿਵਾਰ
ਜਿਨ੍ਹਾਂ ਦੇ 2 ਸਾਡੇ ਜੀ ਪਰਿਵਾਰਾਂ ਦੇ ਉਸ ਘਟਨਾ ਦੇ ਵਿੱਚ ਸ਼ਹੀਦ ਹੋਏ, ਅੱਜ ਉਹ ਧਰਨਾ ਲਾਈ ਬੈਠੇ। ਕਿਉਂ ਬੈਠੇ? ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਇਹ ਮੁੱਦਾ ਖਤਮ ਹੋ ਗਿਆ ਇਸ ਵੇਲੇ ਤੁਹਾਡੇ ਖਿਲਾਫ ਬੇਅਦਬੀਆਂ ਦਾ, ਜਾਂ ਜੋ ਡਰੱਗਸ ਦੇ ਮਾਮਲੇ ਹੁੰਦੇ ਸੀ, ਉਹ ਨਸ਼ੇ ਦੇ ਗੱਲ ਹੁੰਦੀ ਸੀ, ਸਾਡੇ ਖਿਲਾਫ ਕੂੜ ਪ੍ਰਚਾਰ ਕੀਤਾ ਸੀ, ਉਹ ਡੈਫੀਨਿਟਲੀ ਲੋਕਾਂ ਦੇ ਸਾਹਮਣੇ ਆਇਆ ਹੈ ਕਿ ਇਹ ਸਿਆਸਤ ਤੋਂ ਇਲਾਵਾ ਕੁਝ ਵੀ ਨਹੀਂ ਸੀ। ਇਹ ਸਿਆਸੀ ਰੋਟੀਆਂ ਸੇਕਣ ਦਾ ਯਤਨ ਕੀਤਾ ਗਿਆ ਸੀ। ਪਰ ਇਹ ਮੁੱਦੇ ਨੂੰ ਅਸੀਂ ਖਤਮ ਨਹੀਂ ਹੋਣ ਦੇਵਾਂਗੇ, ਕਿਉਂਕਿ ਜਿਹੜੀਆਂ ਬੇਅਦਬੀਆਂ ਹੋਈਆਂ, ਜਿੰਨਾ ਚਿਰ ਉਹਦੇ ਦੋਸ਼ੀ ਨਹੀਂ ਫੜੇ ਜਾਂਦੇ। ਤੁਸੀਂ ਗੋਲਡਨ ਟੈਂਪਲ ਗਏ ਉਸ ਤੋਂ ਬਾਅਦ ਜਦੋਂ ਦੀ ਤੁਹਾਡੇ ਕੋਲ ਲੀਡਰ ਸੁਖਬੀਰ ਸਿੰਘ ਬਾਦਲ ਗਏ ਆ, ਮੈਂ ਨਹੀਂ ਹਜੇ ਤੱਕ ਜਾ ਸਕਿਆ। ਮੈਂ ਇਸ ਗੱਲ ਨੂੰ ਮਹਿਸੂਸ ਕਰਦਾ, ਪ੍ਰਧਾਨ ਸਾਹਿਬ ਗਏ ਆ। ਜਦੋਂ ਤੱਕ ਬੇਅਦਬੀ ਦੀਆਂ ਘਟਨਾਵਾਂ ਦੇ ਮੁਲਜ਼ਮ ਲੱਭੇ ਨਹੀਂ ਜਾਂਦੇ ਤੇ ਉਹਨਾਂ ਨੂੰ ਇਹੋ ਜਿਹੀਆਂ ਸਜ਼ਾਵਾਂ ਨਹੀਂ ਮਿਲਦੀਆਂ ਕਿ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ, ਸਾਡੇ ਵਾਸਤੇ ਉਦੋਂ ਤੱਕ ਇਹ ਮੁੱਦਾ ਨਹੀਂ ਖਤਮ ਹੋ ਸਕਦਾ। ਪੰਜਾਬ ਦੇ ਵਿੱਚ ਬਹੁਤ ਸਾਰੇ ਲੀਡਰ ਜਿਹੜੇ ਨੇ ਹੁਣ ਭਾਜਪਾ ਦੇ ਵਿੱਚ ਜਾ ਰਹੇ ਨੇ, ਕਈ ਸਾਰੇ ਕਾਂਗਰਸ ਦੇ ਵੀ ਗਏ, ਤੁਹਾਡੇ ਵੀ ਲੀਡਰ ਜਾ ਰਹੇ ਨੇ। ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਚੱਲਿਆ ਸੀ, ਲਗਾਤਾਰ ਇਹ ਚਰਚਾ ਚੱਲ ਰਹੀਆਂ ਸੀ ਕਿ ਭਾਜਪਾ ਦਾ ਆਧਾਰ ਪੰਜਾਬ ਦੇ ਵਿੱਚ ਨਹੀਂ ਰਹੇਗਾ, ਖਾਸ ਕਰਕੇ ਪੇਂਡੂ ਖੇਤਰਾਂ ਦੇ ਵਿੱਚ ਉਹਨਾਂ ਨੂੰ ਵੋਟ ਨਹੀਂ ਪਾਏਗੀ। ਕੀ ਲੱਗਦਾ ਕਿ ਕਿਉਂ ਫਿਰ ਰੁਝਾਨ ਭਾਜਪਾ ਵੱਲ ਜ਼ਿਆਦਾ ਵੱਧਦਾ ਜਾ ਰਿਹਾ? ਨਹੀਂ, ਕਾਂਗਰਸ ਦੇ ਬੰਦੇ ਹੀ ਜਾਂਦੇ ਦੇਖੇ, ਮੈਂ ਸਾਡਾ ਤਾਂ ਕੋਈ ਲੀਡਰ ਨਹੀਂ ਜਾਂਦਾ ਦੇਖਿਆ। ਸਿਰਸਾ ਸਾਹਿਬ ਤੁਹਾਡੇ ਗਏ ਨੇ, ਦਿੱਲੀ ਦੇ ਹਨ, ਪੰਜਾਬ ਵਾਲਿਆਂ ਤੇ ਦਿੱਲੀਆਂ ਦਾ ਫਰਕ ਹੁੰਦਾ। ਕਈਆਂ ਦੀਆਂ ਲੱਤਾਂ ਭਾਰ ਚੱਲ ਲੈਂਦੀਆਂ, ਕਈ ਨਹੀਂ ਚੱਲ ਸਕਦੇ। ਚਰਚਾ ਵੀ ਚੱਲ ਰਹੀ, ਕਈਆਂ ਨੂੰ ਫਿਰ ਵੀ ਅਪਰੋਚ ਕੀਤੀ ਗਈ ਸੀ, ਐਨ ਕੇ ਸ਼ਰਮਾ ਰਾਂ ਨੂੰ ਕੀਤੀ ਗਈ ਸੀ, ਕੱਲ ਮਲੂਕਾ ਸਾਹਿਬ ਦਾ ਵੀ ਬੜਾ ਜ਼ਿਕਰ ਹੋ ਰਿਹਾ ਸੀ। ਇਹ ਤਾਂ ਚਰਚਾਵਾਂ ਹੈ ਨਾ, ਅਪਰੋਚ ਤਾਂ ਤੁਹਾਨੂੰ ਮੈਨੂੰ ਕੋਈ ਵੀ ਕਰ ਸਕਦਾ, ਕਿ ਟੈਲੀਫੋਨ ਕਾਲ ਹੀ ਕਰਨੀ ਹੈ, ਨੰਬਰ ਤਾਂ ਆਪਣੇ ਸਾਰਿਆਂ ਕੋਲੇ ਹੈ। ਕੀ ਕੋਈ ਪ੍ਰੈਸ਼ਰ ਦੇ ਇਹ ਹੇਠ ਜਾ ਰਹੇ ਨੇ? ਕੀ ਲੱਗਦਾ ਤੁਹਾਨੂੰ? ਸਾਡਾ ਤਾਂ ਗਿਆ ਹੀ ਕੋਈ ਨਹੀਂ ਯਾਰ, ਪੰਜਾਬ ਚੋਂ ਦੱਸ ਦਿਓ ਕਿਹੜਾ ਗਿਆ। ਨਾਟ ਵਨ ਲੀਡਰ। ਓਵਰਆਲ ਤਾਂ ਕਾਂਗਰਸ ਦੇ ਜਾ ਰਹੇ ਆ, ਕਾਂਗਰਸ ਦੇ ਪ੍ਰੈਸ਼ਰ ਥੱਲੇ ਜਾ ਰਹੇ, ਜਾਂ ਕਾਂਗਰਸ ਦਾ ਹਾਲਾਤ ਜਿਹੜੀ ਡੁੱਬਦੀ ਨਈਆ ਦੇਖ ਕੇ ਜਾ ਰਹੇ ਆ, ਤਾਂ ਉਹ ਬਿਹਤਰ ਦੱਸ ਸਕਦੇ। ਦਿੱਲੀ ਤੋਂ ਵੀ ਲੀਡਰ ਆਉਂਦੇ ਨੇ, ਅਕਸਰ ਤੁਸੀਂ ਖੁਦ ਮੁਖਤਿਆਰੀ ਦੀ ਗੱਲ ਕਰਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਇੱਦਾਂ ਦੀ ਪਾਰਟੀ ਹੈ ਜਿਹੜੀ ਆਪਣੇ ਫੈਸਲੇ ਪੰਜਾਬ 'ਚ ਲੈਂਦੀ ਹੈ। ਜਿਹੜੇ ਅਨਾਉਂਸਮੈਂਟ ਕੀਤੀਆਂ ਜਾ ਰਹੀਆਂ ਨੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ, ਜਾਂ ਪੰਜਾਬ ਦੇ ਸੀਐਮ ਲਗਾਤਾਰ ਕਹਿੰਦੇ ਨੇ ਕਿ ਅਸੀਂ 70 ਦਿਨਾਂ ਦੇ ਵਿੱਚ ਉਹ ਕੰਮ ਕਰ ਦਿੱਤੇ ਜਿਹੜੇ ਪਿਛਲੇ ਸਰਕਾਰਾਂ ਵੱਲੋਂ ਨਹੀਂ ਕੀਤੇ ਗਏ। ਤੁਹਾਡਾ ਏਜੰਡਾ ਹੁਣ ਕੀ ਰਹਿਣ ਵਾਲਾ ਹੈ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ? ਬਿਲਕੁਲ, ਪਹਿਲਾਂ ਤਾਂ ਦੋਨਾਂ ਦੀ ਮੈਂ ਗੱਲ ਕਰਾਂ। ਵਾਕਈ ਕਾਂਗਰਸ ਦੀ ਸਰਕਾਰ ਨੇ 70 ਦਿਨਾਂ 'ਚ ਉਹ ਕੰਮ ਕਰਤੇ ਜਿਹੜੇ 70 ਸਾਲਾਂ 'ਚ ਨਹੀਂ ਹੋਏ। ਮੁੱਖ ਮੰਤਰੀ ਦੀ ਕੁਰਸੀ ਦਾ ਮਿਆਰ ਇੱਥੋਂ ਤੱਕ ਗਿਰਾਤਾ ਇਹਨਾਂ ਨੇ, ਗਰੀਮਾ ਇੱਥੋਂ ਤੱਕ ਗਿਰਾਤੀ, ਮਜ਼ਾਕ ਦਾ ਪਾਤਰ ਬਣ ਕੇ ਰਹਿ ਗਿਆ। ਜਿਹੜਾ ਬੰਦਾ ਆਪਦੀ ਪਾਰਟੀ ਦੀ ਲੀਡਰਸ਼ਿਪ ਦੇ ਸਾਹਮਣੇ ਪੰਜਾਬ ਦਾ ਮੁੱਖ ਮੰਤਰੀ ਹੈ, ਤੂੰ ਉਸ ਕੁਰਸੀ ਦੀ ਗਰੀਮਾ ਹੈ, ਉਸ ਗਰੀਮਾ ਵਾਸਤੇ ਤਾਂ ਖੜ। ਇਹਦਾ ਸਿਰਫ ਮਕਸਦ ਬੋਰਡਾਂ ਤੇ ਫੋਟੋ ਲਾਉਣਾ ਤੇ ਘਰ ਘਰ ਚੱਲੀ ਇਹੋ ਗੱਲ ਵੀ ਘਰ ਘਰ ਮੈਂ ਦਿੱਲੀ ਦੇਖਿਆ ਯਾਰ, ਕੁਝ ਦਿਨ ਪਹਿਲਾਂ ਮੈਂ ਗਿਆ ਸੀ ਦਿੱਲੀ, ਬੋਰਡਾਂ ਤੇ ਇਹਦੀ ਫੋਟੋ ਲੱਗੀ ਪਈ, ਇੱਕ ਉਹ ਚਿੱਠੀ ਦੇ ਰਿਹਾ ਪਤਾ ਨਹੀਂ ਕਿਹਨੂੰ, ਤੇ ਮੈਨੂੰ ਇੱਕ ਪੁੱਛਣ ਲੱਗ ਗਿਆ, ਕਹਿੰਦਾ ਇਹ ਇਹ ਦੱਸ ਦਿਓ, ਇਹ ਬੀਬੀ ਇਹਨੂੰ ਚਿੱਠੀ ਦੇ ਰਹੀ ਹੈ ਕਿ ਇਹ ਬੀਬੀ ਨੂੰ ਚਿੱਠੀ ਦੇ ਰਿਹਾ? ਵੀ ਦਿੱਲੀ ਤੇਰਾ ਕੀ ਕੰਮ ਹੈ ਬੋਰਡ ਲਾਉਣ ਦਾ ਯਾਰ? ਉੱਥੇ ਕੀ ਪੰਜਾਬ ਦੇ ਲੋਕ ਰਹਿੰਦੇ ਆ? ਸਿਰਫ ਬੇਸਿਕਲੀ ਸੈਲਫ ਪ੍ਰਮੋਸ਼ਨ ਵਾਸਤੇ ਭੁੱਖ ਹੈ ਇਸ ਗੱਲ ਦੀ ਕਿ ਮੇਰੀ ਸੈਲਫ ਪ੍ਰਮੋਸ਼ਨ ਹੋਵੇ। ਜੋ ਕੰਮ ਇਹਨਾਂ ਨੇ ਜਿਸ ਮਿਆਰ ਤੇ ਲਿਆ ਕੇ ਸਿਆਸਤ ਗਿਰਾਤੀ, ਜੋ ਝੂਠ ਦਾ ਪ੍ਰਚਾਰ ਇਹ ਕਰ ਰਹੇ ਕਦੇ ਨਹੀਂ ਹੋਇਆ। ਦੂਜੇ ਪਾਸੇ ਜਿਹੜੀ ਦੂਜੀ ਪਾਰਟੀ ਹੈ, ਉਹ ਗਰੰਟੀ ਦੇਣ ਦਿੱਲੀੋਂ ਆਉਂਦਾ ਬੰਦਾ, ਗਰੰਟੀ ਦੇ ਕੇ ਫਿਰ ਦਿੱਲੀ ਭੱਜ ਜਾਂਦਾ। ਉਹਨੂੰ ਫੜ ਕੇ ਲਿਆਵਾਂਗੇ ਉੱਥੋਂ ਜਿਹਦੇ ਕੋਈ ਗਰੰਟੀ ਲੈਣੀ ਹੋਈ ਉਹਦੇ ਤੋਂ। ਐਂਡ ਦੂਜੀ ਗੱਲ, ਇਹ ਗਰੰਟੀ ਕੌਣ ਦੇਊਗਾ? ਬਾਕੀ ਗਰੰਟੀਆਂ ਤਾਂ ਦੇ ਹੀ ਜਾਂਦਾ, ਇਹ ਗਰੰਟੀ ਕੌਣ ਦੇਊਗਾ ਕਿ ਜੇ ਕੋਈ ਭੁੱਲ ਭੁਲੇਖੇ ਐਮਐਲਏ ਜਿੱਤ ਗਿਆ ਉਹ ਦੂਜੀ ਪਾਰਟੀ 'ਚ ਨਹੀਂ ਜਾਊਗਾ ਸਾਡਾ? ਪਹਿਲਾਂ ਲੋਕਾਂ ਨੂੰ ਇਹ ਤਾਂ ਵਿਧਾਇਕਾਂ ਦੀ ਗਰੰਟੀ ਹੋਣੀ ਚਾਹੀਦੀ। ਐਬਸੋਲੂਟਲੀ 20 ਲੋਕਾਂ ਨੇ ਐਮਐਲਏ ਜਿਤਾ ਕੇ ਭੇਜੇ ਸੀ ਯਾਰ, 6 ਰਹਿ ਗਏ। ਹਾਲਾਂਕਿ ਸਮਾਂ ਥੋੜਾ ਰਹਿ ਗਿਆ, ਤੁਹਾਨੂੰ ਲੱਗਦਾ ਨਹੀਂ ਹੁਣ ਤਾਂ ਤੁਹਾਡੇ ਵਿਧਾਇਕ ਉੱਥੇ ਜ਼ਿਆਦਾ ਨੇ, ਹੁਣ ਨਹੀਂ ਉਹਨਾਂ ਨੂੰ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਵਿਧਾਨ ਸਭਾ ਤੇ ਲੀਡਰ ਦੇ ਤੌਰ ਤੇ? ਸ਼ਰਮ ਹੁੰਦੀ ਤਾਂ ਬੜੇ ਚਿਰ ਪਹਿਲਾਂ ਦੇ ਦਿੰਦੇ, ਸਾਡੀ ਗਿਣਤੀ ਤਾਂ ਬਹੁਤ ਚਿਰ ਦੀ ਉਹਨਾਂ ਨੂੰ ਪਾਰ ਹੋਈ ਵੀ ਹੈ, ਸ਼ਰਮ ਦਾ ਘੱਟ ਹੈ। ਨਵਜੋਤ ਸਿੰਘ ਸਿੱਧੂ ਬੜੇ ਹਮਲੇ ਕਰ ਰਹੇ ਨੇ ਲਗਾਤਾਰ, ਕਹਿੰਦਾ ਮੈਂ ਅਸਤੀਫਾ ਦਿੱਤਾ ਸੀ ਤੇ ਦੇਖੋ ਉਹਦਾ ਅਸਰ ਹੁਣ ਹੋ ਰਿਹਾ। ਕਿਹਦੇ ਤੇ? ਚੰਨੀ ਤੇ? ਕਹਿੰਦੇ ਦੇਖੋ ਕਾਰਵਾਈਆਂ ਕਰ ਰਹੇ ਨੇ। ਨਹੀਂ, ਹਮਲੇ ਤੁਸੀਂ ਕਹਿ ਰਹੇ ਹੋ ਚੰਨੀ ਤੇ ਕਰ ਰਹੇ ਆ, ਸੁੱਖੀ ਤੇ ਕਰ ਰਹੇ ਆ, ਜਾਖੜ ਤੇ ਕਰ ਰਹੇ ਆ, ਆਪਣੀ ਸਰਕਾਰ ਤੇ ਕਰ ਹੀ ਰਹੇ ਨੇ। ਉਹ ਵੀ ਕਹਿ ਰਹੇ ਨੇ ਕਿ ਹਮਲੇ ਤਾਂ ਯਾਰ ਉਹਦੇ ਕੋਈ ਹਮਲੇ ਆ, ਹਮਲੀਆਂ ਉਹਦੀਆਂ, ਕਦੇ ਉਹਨੂੰ ਪੱਪੂ ਕਹਿ ਦਿੰਦਾ, ਫਿਰ ਪਾਪਾ ਬਣਾ ਲੈਂਦਾ, ਕਦੇ ਮੁੰਨੀ ਕਹਿ ਦਿੰਦਾ, ਕਦੇ ਮੰਮੀ ਬਣਾ ਲੈਂਦਾ। ਉਹ ਬੰਦੇ ਦਾ ਕੋਈ ਸਟੈਂਡ ਹੈ? ਗਿਰਿਆ ਹੋਇਆ ਬੰਦਾ, ਮੈਂ ਤਾਂ ਸ਼ਰਮ ਆਉਂਦੀ ਹੈ ਮੈਨੂੰ, ਹਰ ਚ ਕਹਿ ਦਿੰਦਾ ਮੈਂ ਨਵਜੋਤ ਸਿੰਘ ਸਿੱਧੂ ਭਗਵੰਤ ਸਿੰਘ ਦਾ ਮੁੰਡਾ। ਭਗਵੰਤ ਸਿੰਘ ਨੂੰ ਵੀ ਸ਼ਰਮ ਆਉਂਦੀ ਹੋਣੀ ਵੀ ਇਹੋ ਜਿਹਾ ਜੰਮਿਆ ਕਿੱਥੋਂ ਲਿਆ ਕੇ। ਕਿਸਾਨਾਂ ਦੀ ਗੱਲ ਕਰੀਏ, ਕਿਸਾਨ ਹੁਣ ਕੱਲ ਮੀਟਿੰਗ ਕਰਨ ਜਾ ਰਹੇ ਨੇ ਕੈਪਟਨ ਸੀਐਮ ਸਾਹਿਬ ਦੇ ਨਾਲ। ਜਿਸ ਤਰੀਕੇ ਦੇ ਨਾਲ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ ਦੀ ਗੱਲ ਕੀਤੀ ਸੀ, ਉਹੀ ਇੱਕ ਮੁੱਦਾ ਜਿਹੜਾ ਹੈਗਾ ਪੂਰਾ ਨਹੀਂ ਹੋਇਆ। ਤੁਹਾਨੂੰ ਲੱਗਦਾ ਹੈ ਕਿ ਸਰਕਾਰ ਹੁਣ 10 ਦਿਨ ਰਹਿ ਗਏ ਹੈ, ਕਿਸਾਨਾਂ ਦਾ ਕੁਝ ਹੱਲ ਕੱਢ ਸਕੇਗੀ? ਸਰਕਾਰ ਦੀ ਮਨਸ਼ਾ ਹੀ ਨਹੀਂ ਹੈ ਯਾਰ। ਸਰਕਾਰ ਦੀ ਮਨਸ਼ਾ ਹੁੰਦੀ ਬਹੁਤ ਪਹਿਲਾਂ ਇਹ ਮਸਲੇ ਹੱਲ ਹੋਣੇ ਚਾਹੀਦੇ ਸੀ।
ਇਹਨਾਂ ਨੇ 5 ਸਾਲ ਇਹੀ ਬੰਦੇ ਕੈਬਨਿਟ 'ਚ ਸੀ ਨਾ। ਮੁੱਖ ਮੰਤਰੀ ਤਾਂ ਇਕੱਲਾ ਕੋਈ ਡਿਸੀਜਨ ਨਹੀਂ ਲੈ ਸਕਦਾ, ਕੈਬਨਿਟ ਡਿਸੀਜਨ ਲੈਂਦੀ ਹੈ। ਉਦੋਂ ਤਾਂ ਲੁੱਟ ਖਸੁੱਟ ਦੀ ਰਾਜਨੀਤੀ ਚੱਲ ਰਹੀ ਸੀ। ਉਦੋਂ ਤਾਂ ਮੀਟੂ ਵਰਗੇ ਸਾਲੇ ਗਾਣੇ ਮੈਸੇजेस ਭੇਜਦੇ ਸੀ ਲੋਕਾਂ ਨੂੰ। ਉਦੋਂ ਇਹਨਾਂ ਨੂੰ ਲੋਕਾਂ ਦੇ ਮਸਲੇ ਚੇਤੇ ਨਹੀਂ ਆਏ। ਇਹ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ। ਲੋਕ ਮੂੰਹ ਤੋੜਵਾ ਜਵਾਬ ਦੇ। ਆਖਰੀ ਸਵਾਲ ਹੈ ਮੇਰਾ ਤੁਹਾਡੇ ਹਲਕੇ ਦੇ ਨਾਲ ਰਿਲੇਟਡ ਹੈ। ਕੋਈ ਫਰੀਦਕੋਟ ਤੋਂ ਤੁਸੀਂ ਚੋਣ ਲੜਨੀ ਹੈ, ਉੱਥੇ ਖਾਸ ਕਰਕੇ ਕਿਉਂਕਿ ਅਸੀਂ ਲੋਕਾਂ ਨਾਲ ਗੱਲ ਕੀਤੀ, ਫਿਲਹਾਲ ਮੌਜੂਦਾ ਹਾਲਾਤ ਕਹਿੰਦੇ ਸੜਕਾਂ ਟੁੱਟੀਆਂ ਪਈਆਂ ਨੇ, ਪੂਰਾ ਫਰੀਦਕੋਟ ਜਿਹੜਾ ਹੈ ਉਹ ਸੜਕਾਂ ਟੁੱਟੀਆਂ ਨੇ, ਹਾਈਵੇ ਤੇ ਜਾਣ ਨੂੰ ਜਗ੍ਹਾ ਨਹੀਂ ਹੈਗੀ। ਕਿਸ ਤਰੀਕੇ ਦੀ ਡਿਵੈਲਪਮੈਂਟ ਤੁਸੀਂ ਫਰੀਦਕੋਟ ਦੀ ਦੇਖਦੇ ਹੋ? ਯਾਰ ਮੈਂ ਤਾਂ ਆਪਦੇ ਹਲਕੇ ਦੇ ਲੋਕਾਂ ਨੂੰ ਇੱਕੋ ਹੀ ਗੱਲ ਕਹੀ ਹੈ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ, ਮੈਂ ਤਰੱਕੀ ਕਰਾਊਂਗਾ, ਡਿਵੈਲਪਮੈਂਟ ਕਰਾਊਂਗਾ। ਲੋਕਾਂ ਨੂੰ ਮੇਰੇ ਤੇ ਇਤਬਾਰ ਹੈ, ਲੋਕ ਮੇਰੀ ਗੱਲ ਤੇ ਇਤਬਾਰ ਕਰਦੇ। ਜੋ ਹਾਲਾਤ ਫਰੀਦਕੋਟ ਦੇ 5 ਸਾਲਾਂ 'ਚ ਇਹਨਾਂ ਨੇ ਬਣਾਤੇ, ਇਹੋ ਜਿਹੀ ਹਾਲਾਤ ਮਤਲਬ ਨਿਗਲੈਕਟ ਦੇ ਹੁਣ 10 ਦਿਨਾਂ 'ਚ ਤਾਂ ਕੁਝ ਹੋਣਾ ਨਹੀਂ। ਮੈਂ ਤਾਂ ਇੱਕੋ ਗੱਲ ਉਹਨਾਂ ਨੂੰ ਕਹੀ ਹੈ ਕਿ ਸਰਕਾਰ ਬਣ ਜੇ, ਗੁਰੂ ਕਿਰਪਾ ਕਰੇ, ਫਰੀਦਕੋਟ ਹਲਕੇ ਨੂੰ ਲੰਬੀ ਹਲਕੇ ਜਾਂ ਜਲਾਲਾਬਾਦ ਹਲਕੇ ਜਾਂ ਦੂਜੇ ਜਿਹੜੇ ਡਿਵੈਲਪਡ ਹਲਕੇ ਆ ਸਾਡੇ ਪੰਜਾਬ ਦੇ, ਉਹਨਾਂ ਦੇ ਪੱਧਰ ਤੇ ਲਿਆ ਕੇ ਖੜਾ ਇੱਕ ਹੋਰ ਸਵਾਲ, ਸਰਵੇ ਅਕਸਰ ਕਰਾਉਂਦੀਆਂ ਹਰ ਪਾਰਟੀਆਂ, ਕੋਈ ਤੁਸੀਂ ਵੀ ਕਰਵਾਇਆ ਕਿ ਕਿੰਨੀਆਂ ਸੀਟਾਂ ਲੈ ਕੇ ਜਾ ਰਹੇ ਹੋ, ਕਿੰਦੇ ਨਾਲ ਮੁਕਾਬਲਾ ਤੁਹਾਡਾ ਨਜ਼ਰ ਆ ਰਿਹਾ? ਸਾਡਾ ਸਰਵੇ ਲੋਕ ਹੈ। ਤੁਸੀਂ ਸੁਖਬੀਰ ਸਿੰਘ ਬਾਦਲ ਜੀ ਨਾਲ ਇੱਕ ਦਿਨ ਦੌਰਾ ਕਰਕੇ ਵੇਖੋ, ਤੁਹਾਨੂੰ ਜੋ ਲੋਕਾਂ ਦਾ ਪਿਆਰ ਹੈ, ਲੋਕਾਂ ਦਾ ਉਤਸ਼ਾਹ ਹੈ, ਲੋਕਾਂ ਦਾ ਸਤਿਕਾਰ ਹੈ, ਤੁਹਾਨੂੰ ਆਪ ਹੀ ਦੱਸ ਦੂ ਕਿੰਨੀਆਂ ਮੁਕਾਬਲਾ ਕਿੰਦੇ ਨਾਲ ਨਜ਼ਰ ਆ ਰਿਹਾ ਤੁਹਾਨੂੰ ਫਿਲਹਾਲ? ਹਜੇ ਤੱਕ ਤਾਂ ਆਪਦੇ ਨਾਲ ਹੀ ਅਸੀਂ ਭੱਜ ਰਹੇ ਹਾਂ ਸਾਰੇ ਇੱਕ ਸਪੀਡ ਤੇ, ਦੂਜੇ ਤਾਂ ਜੇ ਚੱਲਿਆ ਹੀ ਕੋਈ ਨਹੀਂ ਤਾਂ ਮੁਕਾਬਲਾ ਕੀ ਕਰੀਏ ਉਹਨਾਂ ਨਾਲ। ਧੰਨਵਾਦ। ਥੈਂਕ ਯੂ। ਬਿਲਕੁਲ ਤੁਸੀਂ ਸੁਣ ਰਹੇ ਸੀ ਪਰਮਬੰਸ ਸਿੰਘ ਬੰਟੀ ਰੋਮਾਣਾ ਨਾਲ, ਜਿਨ੍ਹਾਂ ਨੇ ਤਮਾਮ ਮੁੱਦਿਆਂ ਤੇ ਗੱਲ ਕੀਤੀ ਹੈ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਬਿਕਰਮ ਮਜੀਠੀਆ ਦੀ ਜਿਹੜੀ ਪਾਲ ਕੀਤੀ ਜਾ ਰਹੀ ਹੈ ਇਹ ਸਿਰਫ ਕਾਗਜ਼ਾਂ ਦੇ ਵਿੱਚ ਨੇ, ਉਹ ਆਪਣੇ ਹਲਕੇ ਦੇ ਵਿੱਚ ਹੀ ਘੁੰਮ ਰਹੇ ਨੇ ਤੇ ਸਰਕਾਰ ਜਿਹੜੀ ਹੈ ਉਹਨਾਂ ਖਿਲਾਫ ਵੈਂਡੇਟਾ ਕਰ ਰਹੀ ਹੈ। ਕੈਮਰਾਮੈਨ ਅਮਨ ਦੇ ਨਾਲ ਨਵੀਨ ਸੇਠੀ, ਪੰਜਾਬ ਕੇਸਰੀ, ਜਗਬਾਨੀ।